ਵਾਹਿਗੁਰੂ 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 ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੰ, ਹਿਰਦੈ ਨਿਤ ਧਿਆਵੰ। ਸ੍ਰੀ ਗੁਰੂ ਰਾਮਦਾਸ ਗੁਣ ਗਾਵੰ, ਗੁਰ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰਮ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸਾ, ਯਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦਾ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਮ ਮਸਲਤ ਕਰ ਹਰ ਕੀ ਕਰ ਕੋ, ਕਰਮ ਕਰੂਰ ਮੈਂ ਦੁਰਮਤ ਧਾਰ। ਅਚਿਓ ਅਸਨ ਬਿਸਰਾਮੇ ਨਿਸਮਹਿ, ਚਿਤ ਮੈਂ ਚਿਤਵਤ ਅਨਕ ਪ੍ਰਕਾਰ। ਇਮ ਮਸਲਤ ਕਰ ਹਰਖੀ ਕਰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਹਾਲਤ ਪਲਤ ਦੇ ਅਰਖਿਅਕ, ਭਗਤ ਵਛਲ ਗਰੀਬ ਨਿਵਾਜ, ਦੀਨਾ ਬੰਧੂ
ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸ ਜਿਉੜ ਅਵਰ ਨ ਕੋਈ। ਬਾਣੀ ਗੁਰੂ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਈਮਾਨ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਬਹੁਤ ਹੀ ਪਿਆਰ ਵਾਲੀ ਸ਼ਰਧਾ ਵਾਲੀ ਸਾਧ ਸੰਗਤ ਜੀਓ, ਵੱਡੇ ਭਾਗ ਨੇ ਅਸਾਂ ਸਾਰਿਆਂ ਦੇ ਜਿਨ੍ਹਾਂ ਨੂੰ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਬੜੇ ਪਿਆਰ ਦੇ ਨਾਲ ਹਜ਼ੂਰ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦੇ ਰਸ ਪੀਨੇ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਉਪਰੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਸਿਫਤ ਕਰਦੇ ਆ ਭੱਟ ਇੰਨੀ ਗੱਲ ਲਿਖਦੇ ਨੇ, ਕਹਿੰਦੇ ਨੇ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਜਿਸ ਵੇਲੇ ਪ੍ਰਿਥਵੀ ਚੰਦ ਦੀ ਘਰ ਵਾਲੀ ਕਰਮੋਂ ਪ੍ਰਿਥਵੀ ਚੰਦ ਨੂੰ ਇਹ ਦੱਸਦੀ ਹੈ ਕਿ ਤੁਹਾਡੇ ਬੋਲ ਝੂਠੇ ਹੋਏ ਨੇ, ਤੁਸੀਂ ਤਾਂ ਕਹਿੰਦੇ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਕੋਈ ਸੰਤਾਨ ਨਹੀਂ ਹੋਣੀ, ਗੁਰਿਆਈ ਅਸਾਂ ਨੂੰ ਹੀ ਮਿਲੇਗੀ, ਤੇ ਤੁਹਾਡਾ ਕਿਹਾ ਹੋਇਆ ਉਹ ਤਾਂ ਝੂਠ ਸਾਬਤ ਹੋਇਆ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦੀ ਆਮਦ ਹੋਈ ਹੈ। ਪ੍ਰਿਥਵੀ ਚੰਦ ਕਹਿੰਦਾ ਕੋਈ ਗੱਲ ਨਹੀਂ, ਆ ਤਾਂ ਗਿਆ ਏ, ਗੁਰ ਤਾਂ ਗੱਦੀ ਤੇ ਤਾਂ ਹੀ ਬੈਠੇਗਾ ਨਾ ਜੇ ਜੀਵਤ ਰਹੇਗਾ, ਤੂੰ ਚਿੰਤਾ ਨਾ ਕਰ। ਇਹ ਤੇ ਬਾਬਾ ਬੁੱਢਾ ਸਾਹਿਬ ਉਹਨਾਂ ਦਾ ਅਸ਼ੀਰਵਾਦ ਹੈ, ਉਹਨਾਂ ਦੇ ਕਹੇ ਹੋਏ ਬਚਨ ਨੇ, ਉਹਨਾਂ ਦੀ ਕੀਤੀ ਅਰਦਾਸ ਹੈ। ਉਹ ਗੁਰੂ ਨਾਨਕ ਦੇ ਸੇਵਕ ਨੇ, ਇਸ ਕਰਕੇ ਉਹਨਾਂ ਦੇ ਬੋਲਾਂ ਨੂੰ ਕੋਈ ਟਾਲ ਨਹੀਂ ਸਕਦਾ। ਉਹਨਾਂ ਦੇ ਸਾਹਮਣੇ ਮੇਰੇ ਕਹੇ ਹੋਏ ਬਚਨ ਜਿਹੜੇ ਉਹਨਾਂ ਦੀ ਕੋਈ ਵੈਲਿਊ ਨਹੀਂ ਰਹੀ। ਪਰ ਕੋਈ ਗੱਲ ਨਹੀਂ, ਅਸੀਂ ਇਸ ਬੱਚੇ ਨੂੰ ਖਤਮ ਕਰ ਦਿਆਂਗੇ। ਐਂ ਕਰ, ਤੂੰ ਕੋਈ ਐਸੀ ਭੈੜੀ ਮੱਤ ਵਾਲੀ, ਕੋਈ ਲਾਲਚੀ ਬਿਰਤੀ ਵਾਲੀ ਕੋਈ ਬੀਬੀ ਲੱਭ ਜਿਹਨੂੰ ਅਸੀਂ ਪੈਸੇ ਦੇ ਦਿਆਂਗੇ, ਉਹ ਜਾਏ ਤੇ ਕਿਸੇ ਨਾ ਕਿਸੇ ਤਰੀਕੇ ਇਹ ਜਿਹੜਾ ਬਾਲਕ ਹੈ ਅਜੇ ਕੁਝ ਦਿਨਾਂ ਦਾ ਹੀ ਹੈ, ਇਸ ਨੂੰ ਖਤਮ ਕਰ ਦੇ। ਜਾਂ ਇਥੋਂ ਸ੍ਰੀ ਅੰਮ੍ਰਿਤਸਰ ਆਪਾਂ ਰਹਿੰਦੇ ਹਾਂ, ਇਥੋਂ ਕੋਈ ਲੱਭ ਲਓ, ਜਾਂ ਗੁਰੂ ਕੀ ਵਡਾਲੀ ਤੋਂ ਲੱਭ ਲਓ, ਤੇ ਜਾਂ ਕੋਈ ਗੁਰੂ ਘਰ ਦੀ ਦਾਸੀ ਹੋਵੇ ਉਸ ਨੂੰ ਖਰੀਦ ਲਓ। ਇਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ। ਰਾਤ ਦਾ ਸਮਾਂ ਹੈ, ਇਹ ਸਲਾਹ ਮਸ਼ਵਰਾ ਕਰਕੇ ਰਾਤ ਆਰਾਮ ਕਰਦੇ ਨੇ। ਫਿਰ ਕਿਵੇਂ ਭੈੜੀ ਮੱਤ ਖੋਟੀ ਨੀਅਤ ਅਨੁਸਾਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਤੇ ਵਾਰ ਕਰਨ ਦੇ ਲਈ ਇਹ ਸਕੀਮਾਂ ਘੜਦੇ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਭਾਵਨਾ ਦੇ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਇਮ ਮਸਲਤ ਕਰ ਹਰਖੀ ਕਰਮੋ ਕਰਮ ਕਰੂਰ ਮੈਂ ਦੁਰਮਤ ਧਾਰ। ਇਸ ਤਰ੍ਹਾਂ ਮਸਰਤ ਕਰਕੇ, ਸਲਾਹ ਕਰਕੇ, ਮਸ਼ਵਰਾ ਕਰਕੇ ਇਹ ਕਰਮ ਖੁਸ਼ ਹੋ ਗਈ, ਇਹ ਪ੍ਰਸੰਨ ਹੋ ਗਈ। ਫਿਰ ਇਹਨੂੰ ਕੁਝ ਉਮੀਦਾਂ ਵੱਜ ਗਈਆਂ, ਫਿਰ ਇਹਨੂੰ ਕੋਈ ਆਸ ਜਿਹੀ ਲੱਗ ਗਈ ਕਿ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਤੇ ਇਹ ਗੁਰਿਆਈ ਸਾਨੂੰ ਮਿਲ ਜਾਏਗੀ। ਇਹ ਖੋਟੀ ਮੱਤ ਵਾਲੀ, ਦੁਸ਼ਟ ਕਰਮ ਕਰਨ ਵਾਲੀ, ਭੈੜੀ ਮੱਤ ਨੂੰ ਧਾਰਨ
ਕਰਕੇ ਬਹੁਤ ਖੁਸ਼ ਹੁੰਦੀ ਹੈ ਜੀ। ਅਚਿਓ ਅਸਨ ਬਿਸਰਾਮੇ ਨਿਸਮੈ ਚਿਤ ਮੈਂ ਚਿਤਵਤ ਅਨਕ ਪ੍ਰਕਾਰ। ਅਚਿਓ ਅਸਨ ਇਹਨਾਂ ਨੇ ਪ੍ਰਸ਼ਾਦ ਪਾਣੀ ਛਕਿਆ ਹੈ, ਰਾਤ ਆਰਾਮ ਕਰਦੇ ਨੇ। ਚਿਤ ਮੈਂ ਚਿਤਵਤ ਅਨਕ ਪ੍ਰਕਾਰ, ਤੇ ਚਿੱਤ ਵਿੱਚ ਅਨੇਕਾਂ ਪ੍ਰਕਾਰ ਦੀਆਂ ਚਿਤਵਨੀਆਂ, ਕੋਈ ਚੰਗੀਆਂ ਨਹੀਂ ਮਾੜੀਆਂ ਸੋਚਾਂ, ਭੈੜੀਆਂ ਸੋਚਾਂ। ਧੰਨ ਗੁਰ ਅਰਜੁਨ ਦੇਵ ਮਹਾਰਾਜ ਉਹਨਾਂ ਦੇ ਪਰਿਵਾਰ ਦੇ ਲਈ ਸੋਚਦੇ ਹਨ ਜੀ। ਜਹ ਕਹਿ ਬੁੱਧ ਕੀਨ ਵਿਸਤਾਰਨ ਖੋਜਤ ਮਨ ਕਰਤੈ ਸੀ ਨਾਰ। ਇਹਨੇ ਹੁਣ ਆਪਣੀ ਜਿਹੜੀ ਅਕਲ ਹੈ ਉਹ ਭੈੜੇ ਪਾਸੇ ਦਰਾਉਣੀ ਸ਼ੁਰੂ ਕੀਤੀ ਹੈ ਜੀ। ਮਾੜੇ ਪਾਸੇ ਆਪਣੀ ਮੱਤ ਇਹਨੇ ਕੋੜੇ ਦੌੜਾਏ ਕਿ ਵੇਖਾਂ, ਨਜ਼ਰ ਮਾਰਾਂ ਵੀ ਕੌਣ ਇਹ ਕੰਮ ਕਰ ਸਕਦਾ ਹੈ, ਕੌਣ ਹੈ ਕਿ ਜਿਹੜਾ ਲਾਲਚ ਵਸ ਹੋ ਸਕਦਾ ਹੈ, ਕੌਣ ਹੈ ਇਹ ਜੋ ਸਾਡੇ ਮਨਸੂਬਿਆਂ ਨੂੰ ਇਹ ਸਫਲਿਆਂ ਕਰ ਸਕਦਾ ਹੈ। ਇਹ ਹੁਣ ਆਪਣੀ ਅਕਲ ਦੇ ਕੋੜੇ ਦੌੜਾ ਰਹੀ ਹੈ। ਮਾੜੀਆਂ ਸੋਚਾਂ ਸੋਚਦੀ ਕੋਈ ਇਹੋ ਜਿਹੇ ਵਿਅਕਤੀ ਨੂੰ ਲੱਭ ਰਹੀ ਹੈ ਕਿ ਜੋ ਅਸਾਂ ਨੇ ਮਾੜੀ ਕਰਤੂਤ ਸੋਚੀਏ, ਇਹਨੂੰ ਜਿਹੜਾ ਕੋਈ ਅੰਜਾਮ ਦੇਣ ਵਾਲਾ ਹੋਵੇ ਉਹ ਕੌਣ ਹੋ ਸਕਦਾ ਹੈ ਜੀ। ਭਈ ਪ੍ਰਭਾਤ ਚਿੰਤ ਗਲਤਾਨੀ ਪ੍ਰਿਯ ਕੀ ਦਾਸੀ ਕੋ ਨਿਕਟ ਹਕਾਰ। ਰਾਤ ਬਤੀਤ ਹੋ ਗਈ ਹੈ, ਸਵੇਰ ਹੋਈ ਹੈ, ਦਿਨ ਚੜ੍ਹਿਆ ਹੈ। ਇਹਨਾਂ ਸੋਚਾਂ ਦੇ ਵਿੱਚ ਹੀ ਜੋ ਰਾਤ ਨੂੰ ਸੋਚ ਕੇ ਸੁੱਤੀ ਹੈ, ਉਹਨਾਂ ਮਾੜੀਆਂ ਸੋਚਾਂ ਦੇ ਵਿੱਚ ਹੀ ਉੱਠੀ ਹੈ। ਉੱਠਦਿਆਂ ਸਾਰ ਪਿਆਰੋ ਇਹਦੀ ਜਿਹੜੀ ਦਾਸੀ ਸੀ ਨਾ, ਜੋ ਸਾਰੀਆਂ ਗੱਲਾਂ ਆਣ ਕੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਘਰ ਦੀਆਂ ਇਹਨੂੰ ਆਣ ਕੇ ਦੱਸਿਆ ਕਰਦੀ ਸੀ, ਉਹਨੂੰ ਇਹਨੇ ਆਪਣੇ ਪਾਸ ਬੁਲਾਇਆ ਹੈ ਜੀ। ਮਨ ਕੀ ਬ੍ਰਿਥਾ ਉਚਾਰਨ ਕੀਨਸ ਪੁਰ ਮੈਂ ਤੇਤਰੀ ਐਸੀ ਆਨ। ਆਪਣੇ ਮਨ ਦੀ ਬਿਰਥਾ, ਬਿਰਥਾ ਕਹਿੰਦੇ ਨੇ ਪੀੜਾ ਨੂੰ, ਆਪਣੇ ਅੰਦਰ ਦੀ ਪੀੜਾ। ਪੀੜਾ ਤੇ ਕੀ ਆਪਾਂ ਕਹਿ ਸਕਦੇ ਹਾਂ, ਆਪਣੇ ਅੰਦਰ ਦਾ ਸਾੜਾ ਹੀ ਕਹਿ ਲਈਏ। ਆਪਣੇ ਅੰਦਰ ਦੀ ਈਰਖਾ ਉਹ ਜਿਹੜੀ ਹੈ ਇਹਨੇ ਉਹਨੂੰ ਬਿਆਨ ਕੀਤੀ ਹੈ। ਮਨ ਕੀ ਬਿਰਥਾ ਉਚਾਰਨ ਕੀਨਸ, ਆਪਣੇ ਅੰਦਰ ਦਾ ਪੀੜਾ ਇਹਨੇ ਇਹ ਸੁਣਾਈ ਹੈ ਤੇ ਉਹਨੂੰ ਕਹਿੰਦੀ ਹੈ ਪੁਰ ਮੈਂ ਤੇ ਐਸੀ ਆਨ। ਕਹਿਣ ਲੱਗੀ ਇਸ ਨਗਰ ਵਿੱਚੋਂ ਐ ਕਰ ਕੋਈ ਏਦਾਂ ਦੀ ਤਰਿਆ ਲੱਭ ਕੇ ਲਿਆ, ਕੋਈ ਏਦਾਂ ਦੀ ਚਲਤਰ ਕਰਨ ਵਾਲੀ ਕੋਈ ਔਰਤ ਲੱਭ ਕੇ ਲਿਆਵੋ ਜੀ। ਲੈ ਕਰ ਦਰਬ ਕਾਮ ਇਮਠਾਨੈ ਸ੍ਰੀ ਅਰਜਨ ਕੋ ਨੰਦਨ ਹਾਨ। ਬਸ ਉਹਨੂੰ ਅਸੀਂ ਧਨ ਬਹੁਤ ਦੇਾਂਗੇ, ਜਿੰਨਾ ਉਹ ਕਹੇਗੀ ਪੈਸਾ ਅਸੀਂ ਉਹਨੂੰ ਹੀ ਦੇ ਦਿਆਂਗੇ। ਦੇ ਕਰ ਦਰਬ ਕਾਮ ਇਮਠਾਨੈ, ਪਰ ਕੰਮ ਆ ਕਰਨਾ। ਕੰਮ ਕਿਹੜਾ ਕਰਨਾ? ਕਹਿੰਦੇ ਨੇ ਸ੍ਰੀ ਅਰਜਨ ਕੋ ਨੰਦਨ ਹਾਨ। ਨੰਦਨ ਕਹਿੰਦੇ ਨੇ ਸੁਪੁੱਤਰ ਨੂੰ, ਕਿ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਜੋ ਸਾਹਿਬਜ਼ਾਦੇ ਨੇ, ਬਸ ਉਹ ਸਾਹਿਬਜ਼ਾਦੇ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਨਾ ਹੈ ਜੀ। ਤਿਸ ਕੀ ਨਿਤ ਗੁਜ਼ਰਾਨ ਕਰਾਵੇ ਅਸਨ ਬਸਨ ਦੇ ਸਭ ਸੁਖਦਾਨ। ਅਗਰ ਜਿਹੜੀ ਵੀ ਐਸਾ ਕਾਰਨਾਮਾ ਕਰੇਗੀ ਜੋ ਸਾਡੇ ਮਨਸੂਬਿਆਂ ਤੇ ਖਰੀ ਉਤਰੇਗੀ, ਉਹਨੂੰ ਅਸੀਂ ਨਿਤ ਗੁਜ਼ਰਾਨ ਦੇਵਾਂਗੇ। ਰੋਜ਼ਾਨਾ ਦਾ ਇੱਕ ਤਾਂ ਉਹਨੂੰ ਅਸੀਂ ਇਕੱਠੇ ਪੈਸੇ ਵੀ ਦਿਆਂਗੇ ਜਿੰਨੇ ਉਹ ਕਹੇਗੀ, ਤੇ ਦੂਸਰਾ ਰੋਜ਼ ਦਾ ਗੁਜ਼ਾਰਾ, ਜੋ ਉਹਦੀਆਂ ਲੋੜਾਂ ਨੇ ਉਹ ਸਾਰੀਆਂ ਅਸੀਂ ਪੂਰੀਆਂ ਕਰਾਂਗੇ। ਉਹਨੂੰ ਰੋਜ਼ ਦਾ ਰਾਸ਼ਨ ਵੀ ਦਿਆਂਗੇ, ਉਹਨਾਂ ਨੂੰ ਪਹਿਨਣ ਦੇ ਲਈ ਅਸੀਂ ਬਸਤਰ ਵੀ ਦਿੰਦੇ ਰਵਾਂਗੇ। ਅਗਰ ਕੋਈ ਇਸ ਤਰ੍ਹਾਂ ਮਿਲ ਜਾਵੇ ਜੀ। ਹਿਤ ਕਰ ਨਿਤ ਖੋਜਤ ਰੋ ਚਿਤ ਕਰ ਇਹ ਮੇਰੋ ਲਖ ਕਾਜ ਮਹਾਨ। ਆਪਣੀ ਦਾਸੀ ਨੂੰ ਕਹਿੰਦੀ ਹੈ ਪਰ ਮੇਰੀ ਖਾਤਰ ਇਹ ਹੁਣ ਤੂੰ ਧਿਆਨ ਵਿੱਚ ਰੱਖਣੀ ਆ ਇਹ ਗੱਲ, ਤੇ ਖੋਜ ਕਰਨੀ ਹੈ, ਭਾਲ ਕਰਨੀ ਹੈ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ 2-4 ਦਿਨਾਂ ਤੋਂ ਬਾਅਦ ਕੋਈ ਨਾ ਕੋਈ ਤਾਂ ਲੱਭ ਹੀ ਜਾਏਗਾ ਨਾ। ਇਸ ਕਰਕੇ ਤੁਸੀਂ ਉਹਦੀ ਭਾਲ ਕਰੋ। ਤੇ ਬਸ ਇਹ ਜਿਹੜਾ ਕਾਰਜ ਹੈ ਨਾ, ਆਪਣੀ ਦਾਸੀ ਨੂੰ ਕਹਿੰਦੀ ਹੈ ਕਰਮ, ਇਹ ਕਾਰਜ ਬਹੁਤ ਜ਼ਰੂਰੀ ਹੈ, ਇਹ ਬਹੁਤ ਲਾਜ਼ਮੀ ਹੈ, ਇਹ ਮੇਰਾ ਮਹਾਨ ਕੰਮ ਹੈ, ਇਹ ਟਾਲ ਮਟੋਲ ਕਰਨ ਵਾਲਾ ਨਹੀਂ ਹੈ ਜੀ। ਹਿਮਦਾਸੀ ਕਰ ਗੋਪ ਬਾਤ ਕੋ ਸਨੈ ਸਨੈ ਬੂਝਤ ਬਹੁ ਨਾਰ। ਇਸ ਤਰ੍ਹਾਂ ਦਾਸੀ ਨੂੰ ਆਪਣੀ ਨੂੰ ਸਾਰੀ ਗੱਲ ਵੀ ਦਸੀਏ ਤੇ ਪਰ ਨਾਲ ਕਹਿੰਦੀ ਇਹਨੂੰ ਗੁਪਤ ਵੀ ਰੱਖਣਾ ਹੈ, ਕਿਸੇ ਨੂੰ ਇਹ ਪਤਾ ਵੀ ਨਾ ਚੱਲੇ। ਹਿਮਦਾਸੀ ਕਰ ਗੋਪ ਬਾਤ ਕੋ ਸਨੈ ਸਨੈ ਬੂਝਤ,
ਪਿਆਰਿਓ ਫਿਰ ਗੁਪਤ ਰੱਖ ਕੇ ਉਹ ਜਿਹੜੀ ਦਾਸੀ ਹੈ ਉਹ ਵੀ ਫਿਰ ਕਈਆਂ ਨੂੰ ਗਾਂਹ ਜਾ ਕੇ ਹੌਲੀ ਹੌਲੀ ਪੁੱਛਦੀ ਹੈ ਜੀ। ਇਤ ਸ੍ਰੀ ਅਰਜਨ ਅਤ ਉਤਸਾਹਤ ਮੰਗਤ ਕੋ ਦੇ ਦਰਬ ਅਪਾਰ। ਇਧਰ ਗੁਰੂ ਕੀ ਵਡਾਲੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਪਿਆਰਿਓ ਬਹੁਤ ਉਤਸ਼ਾਹ ਬੜਾ ਉਤਸ਼ਵ ਹੋ ਰਿਹਾ ਏ। ਮੰਗਤ ਕੋ ਦਿਨ ਦਰਬ ਅਪਾਰ। ਧੰਨ ਗੁਰ ਅਰਜੁਨ ਦੇਵ ਮਹਾਰਾਜ ਪਿਆਰੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਪਏ ਨੇ। ਜੋ ਵੀ ਜਾਚਕ ਆਉਂਦਾ ਹੈ, ਜੋ ਵੀ ਜ਼ਰੂਰਤਮੰਦ ਆਉਂਦਾ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਕਰਦਾ ਹੈ, ਮਹਾਰਾਜ ਪਿਆਰੇ ਉਹਦੀ ਹਰੇਕ ਮੰਗ ਪੂਰੀ ਕਰ ਦਿੰਦੇ ਹਨ ਜੀ। ਸੁਨ ਸੁਨ ਦੂਰ ਦੂਰ ਤੇ ਆਵੈ ਲੈ ਕਰ ਗਮਨੈ ਸੁਜਸ ਉਚਾਰ। ਦੂਰ ਦੂਰ ਤੋਂ ਸੁਣ ਸੁਣ ਕੇ ਕਿ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਸਾਹਿਬਜ਼ਾਦੇ ਦੀ ਆਮਦ ਹੋਈ ਏ। ਪਿਆਰਿਓ ਮੰਗਤੇ ਆਉਂਦੇ ਨੇ, ਜਾਚਕ ਆਉਂਦੇ ਨੇ, ਲੋੜਵੰਦ ਆਉਂਦੇ ਨੇ। ਜਿਹੜਾ ਵੀ ਆਉਂਦਾ ਹੈ ਦੂਰ ਦੂਰ ਤੇ ਆਵੇ, ਦੂਰੋਂ ਦੂਰ ਆਉਂਦੇ ਨੇ ਲੈ ਕਰ ਗਮਨ ਹੈ। ਤੇ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਕੋਲੋਂ ਬਖਸ਼ੀਸ਼ ਲੈ ਕੇ ਫਿਰ ਆਪੋ ਆਪਣੇ ਨਗਰਾਂ ਨੂੰ, ਇਲਾਕਿਆਂ ਨੂੰ ਚਲੇ ਜਾਂਦੇ ਨੇ। ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਦੀ ਕੀਰਤੀ, ਉਹਨਾਂ ਦਾ ਜਸ ਗਾਉਂਦੇ ਜਾਂਦੇ ਹਨ ਜੀ। ਵੱਡੇ ਭਾਗ ਜੁਤ ਸੁਤ ਸੁਭ ਜਨਮਿਓ ਜੈ ਕੈ ਜਿਸ ਤੇ ਹੋਏ ਜੈਕਾਰ। ਤੇ ਸਾਰੇ ਕਹਿੰਦੇ ਨੇ ਕਿ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਮਾਤਾ ਗੰਗਾ ਜੀ ਉਹਨਾਂ ਤੇ ਮਾਲਕ ਦੀ ਬੜੀ ਰਹਿਮਤ ਹੋਈ ਏ ਕਿ ਵੱਡੇ ਭਾਗਾਂ ਦੇ ਨਾਲ ਉਹਨਾਂ ਦੇ ਗ੍ਰਹਿ ਬਹੁਤ ਹੀ ਪਿਆਰੇ ਪੁੱਤਰ ਨੇ ਜਨਮ ਲਿਆ ਹੈ। ਬੜਾ ਪਿਆਰਾ ਉਹਨਾਂ ਦਾ ਸਾਹਿਬਜ਼ਾਦਾ ਜੋ ਰੱਬੀ ਨੂਰ ਲੈ ਕੇ ਆਇਆ, ਉਹ ਆਇਆ ਹੈ ਜਹ ਕੇ ਜਿਸਤੇ ਹੋਏ ਜੈਕਾਰ। ਤੇ ਜਿੱਥੇ ਕਿਧਰੇ ਹਰ ਥਾਂ ਧੰਨ ਗੁਰ ਅਰਜੁਨ ਦੇਵ ਮਹਾਰਾਜ, ਮਾਤਾ ਗੰਗਾ ਜੀ ਅਤੇ ਸਾਹਿਬਜ਼ਾਦੇ ਦੀ ਜੈ ਜੈਕਾਰ ਹੋ ਰਹੀ ਹੈ ਜੀ। ਅਧਿਕ ਪ੍ਰਸੰਨ ਹੋਤ ਸੁਤ ਹੇਰਤ ਬਲਿਹਾਰੀ ਹੋਏ ਕਰਤ ਦੁਲਾਰ। ਧੰਨ ਗੁਰ ਅਰਜੁਨ ਦੇਵ ਮਹਾਰਾਜ, ਮਾਤਾ ਗੰਗਾ ਜੀ ਆਪਣੇ ਇਸ ਪੁੱਤਰ ਨੂੰ ਦੇਖ ਕੇ ਬਲਹਾਰ ਜਾਂਦੇ ਨੇ। ਅਧਿਕ ਪ੍ਰਸੰਨ ਹੋਤ, ਬਹੁਤ ਪ੍ਰਸੰਨ ਹੁੰਦੇ ਨੇ, ਸਦਕੇ ਜਾਂਦੇ ਨੇ। ਆਪਣੇ ਲਾਲ ਨੂੰ ਬਹੁਤ ਦੁਲਾਰ ਦੇ ਲਾਡ ਲਡਾਉਂਦੇ ਹਨ ਜੀ। ਸੂੰਗਤ ਮਸਤਕ ਪਰਮ ਪ੍ਰੇਮ ਤੇ ਬ੍ਰਿਧ ਕੋ ਲਖੈ ਮਹਾ ਉਪਕਾਰ। ਪਿਆਰਿਓ ਲਾਡ ਵਿੱਚ ਆਣ ਕੇ ਫਿਰ ਉਹਦਾ ਮੱਥਾ ਚੁੰਮਦੇ ਨੇ, ਬਹੁਤ ਪ੍ਰੇਮ ਕਰਦੇ ਨੇ। ਤੇ ਨਾਲ ਹੀ ਇਹ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਇਹ ਉਹਨਾਂ ਦਾ ਉਪਕਾਰ ਹੈ ਸਾਡੇ ਤੇ। ਇਹ ਉਹਨਾਂ ਨੇ ਇਹ ਮਿਹਰਮਤ ਕੀਤੀ ਹੈ, ਇਹ ਉਹਨਾਂ ਨੇ ਸਾਡੇ ਲਈ ਅਰਦਾਸ ਕੀਤੀ ਹੈ। ਇਹ ਉਹਨਾਂ ਦੀਆਂ ਅਰਦਾਸਾਂ ਸਦਕਾ ਸਾਨੂੰ ਮਿਲਿਆ। ਬਾਰ-ਬਾਰ ਵੇਖੋ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰ ਅਰਜੁਨ ਦੇਵ ਮਾਤਾ ਗੰਗਾ ਜੀ ਕਦੇ ਨਹੀਂ ਵਿਸਾਰਦੇ। ਕਹਿੰਦੇ ਜੋ ਹੋ ਰਿਹਾ ਬਸ ਬਾਬਾ ਬੁੱਢਾ ਸਾਹਿਬ, ਕਿਉਂ ਗੁਰੂ ਨਾਨਕ ਸਾਹਿਬ ਜੀ ਦੇ ਉਹ ਸਿੱਖ ਨੇ। ਇਸ ਕਰਕੇ ਇਹ ਸਭ ਉਹਨਾਂ ਦੀ ਮਿਹਰਬਾਨੀ ਹੈ ਜੀ। ਦੀਨ ਛਠੀ ਕੋ ਉਤਸਵ ਭਾਰੀ ਸਭ ਕੋ ਦੀਨ ਕਰਾ ਆਹਾਰ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਪਿਆਰਿਓ ਜਿਸ ਵੇਲੇ ਬਾਲਕ ਹਰਗੋਬਿੰਦ ਜੀ ਇਹ 6-7 ਦਿਨਾਂ ਦੇ ਹੋ ਜਾਂਦੇ ਨੇ, ਫਿਰ ਉਤਸਵ ਮਨਾਇਆ ਜਾਂਦਾ ਹੈ। ਫਿਰ ਦੇਗ ਤਿਆਰ ਕੀਤੀ ਜਾਂਦੀ ਹੈ, ਭਾਰੀ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਇਹ ਕੜਾਹ ਦੇਗ ਵਰਤਾਈ ਜਾਂਦੀ ਹੈ ਜੀ। ਬਾਜੇ ਦਰ ਪਰ ਬਾਜਤ ਹੈ ਬਹੁ ਸਿੱਖ ਸੰਗਤ ਸੁਖ ਕਰੈ ਉਦਾਰ। ਸਾਰੀਆਂ ਸਿੱਖ ਸੰਗਤਾਂ ਪਿਆਰੇ ਸੁਖ ਮਾਣਦੀਆਂ ਪਈਆਂ ਨੇ। ਦਰਵਾਜੇ ਤੇ ਕਈ ਫਿਰ ਪਿਆਰ ਇਦਾਂ ਦੇ ਵੀ ਆਉਂਦੇ ਨੇ, ਕੁਝ ਭੱਟ ਆਉਂਦੇ ਨੇ, ਕੁਝ ਭੰਡ ਆਉਂਦੇ ਨੇ। ਉਹ ਆਣ ਕੇ ਆਪੋ ਆਪਣੇ ਸਾਜ਼ ਵਜਾ ਕੇ ਗੁਰੂ ਘਰ ਦੀ ਉਸਤਤੀ ਕਰਦੇ ਹਨ ਜੀ। 10 ਦਿਨ ਬੀਤੇ ਪੁਨ ਉਤਸਵ ਭਾ ਮੰਗਲ ਕਰੈ ਅਨੇਕ ਪ੍ਰਕਾਰ। ਜਿਸ ਵੇਲੇ 10 ਕੋ ਦਿਨ ਹੋਰ ਬਤੀਤ ਹੋ ਜਾਂਦੇ ਨੇ ਪਿਆਰ ਫਿਰ ਬਹੁਤ ਭਾਰੀ ਉਤਸਵ ਹੋਇਆ। ਫਿਰ ਪਿਆਰਿਓ ਇਹ ਖੁਸ਼ੀਆਂ ਹੋਰ ਵੱਧ ਚੜ ਕੇ ਮਨਾਈਆਂ ਗਈਆਂ ਹਨ ਜੀ। ਕੁਲ ਕੀ ਸਗਲ ਰੀਤ ਸਭ ਕੀਨਸ ਜਥਾ ਬ੍ਰਿਦਨ ਕੇ ਅੰਗੀਕਾਰ। ਫਿਰ ਆਪਣੇ ਕੁਲ ਦੀਆਂ ਜਿਹੜੀਆਂ ਗੁਰਮਤਿ ਅਨੁਸਾਰ ਮਰਿਆਦਾਵਾਂ ਸਨ ਉਹ ਮਰਿਆਦਾਵਾਂ ਨਿਭਾਈਆਂ ਗੁਰਮਤਿ ਅਨੁਸਾਰ। ਜੋ ਵੱਡੇ ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਪਿਆਰੋ ਜਿਵੇਂ ਉਹਨਾਂ ਦੇ ਸਮੇਂ ਤੋਂ ਹੁੰਦੀਆਂ ਆਈਆਂ, ਕਵੀ ਜੀ ਕਹਿੰਦੇ ਨੇ ਕੁਲ ਕੀ ਸਗਲ ਰੀਤ ਸ਼ੁਭ ਕੀਨਸ ਜਥਾ ਬ੍ਰਿਦਨ ਕੇ ਅੰਗੀਕਾਰ।
ਭਾਵ ਕਿ ਜੋ ਵੱਡੇ ਗੁਰੂ ਸਾਹਿਬ ਜੀ ਤੋਂ ਗੁਰਮਤਿ ਅਨੁਸਾਰ ਜੋ ਮਰਿਆਦਾ ਨਿਭਾਈ ਜਾਂਦੀ ਸੀ ਉਹ ਮਰਿਆਦਾ ਨਿਭਾਈਆਂ ਗਈਆਂ ਹਨ ਜੀ। ਆਦ ਬਿਲਾਵਲ ਸੁੰਦਰ ਰਾਗਨ ਗਾਏ ਬਰਬਾਬੀ ਪ੍ਰੇਮ ਲਗਾਏ। ਰਬਾਬੀ ਆਉਂਦੇ ਨੇ, ਗੁਰੂ ਘਰ ਦੇ ਕੀਰਤਨੀ ਆਉਂਦੇ ਨੇ, ਫਿਰ ਬਿਲਾਵਲ ਰਾਗ ਦੇ ਵਿੱਚ ਇਹ ਜੋ ਖੁਸ਼ੀ ਦਾ ਰਾਗ ਹੈ, ਇਸ ਰਾਗ ਦੇ ਵਿੱਚ ਸਤਿਗੁਰੂ ਦੀ ਬਾਣੀ ਮਿਲਾ ਕੇ ਗਾਉਂਦੇ ਨੇ, ਅਕਾਲ ਪੁਰਖ ਦੀ ਸਿਫਤੋ ਸਲਾਹ ਕਰਦੇ ਹਨ ਜੀ। ਸੁਣ ਸੁਣ ਸਿੱਖ ਸੇਵਕ ਕੇ ਹਿਰਦੇ ਤਰਵੈ ਰੀਝ ਹੀ ਮੋਦ ਵਢਾਏ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਜਿਸ ਵੇਲੇ ਇਸ ਤਰ੍ਹਾਂ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੁੰਦਾ ਹੈ, ਰਬਾਬੀ ਆਉਂਦੇ ਨੇ, ਗੁਰੂ ਦੇ ਸ਼ਬਦ ਗੁਰੂ ਦੀ ਬਾਣੀ ਦਾ ਉਹ ਕੀਰਤਨ ਕਰਦੇ ਨੇ ਰਾਗਾਂ ਦੇ ਵਿੱਚ, ਤੇ ਪਿਆਰੇ ਸਿੱਖ ਸੇਵਕ ਆਣ ਕੇ ਜਦੋਂ ਸੁਣਦੇ ਨੇ ਉਹਨਾਂ ਦੇ ਹਿਰਦੇ ਪਿਆਰ ਐਨ ਮੋਹ ਹੋ ਜਾਂਦੇ ਨੇ, ਢਲ ਜਾਂਦੇ ਨੇ, ਉਹਨਾਂ ਦੇ ਅੰਦਰ ਇੱਕ ਆਨੰਦ ਜਿਹੜਾ ਉਹ ਪੈਦਾ ਹੋ ਜਾਂਦਾ ਹੈ। ਜਿਸ ਵੇਲੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦੇ, ਮਾਲਕ ਦੇ ਸੋਹਲੇ ਗਾਉਂਦੇ ਨੇ, ਗੁਰੂ ਦੇ ਸ਼ਬਦ ਦੇ ਨਾਲ ਰਬਾਬ ਸਾਜ਼ ਵਜਾਉਂਦੇ ਨੇ, ਮਾਲਕ ਦੀ ਕੀਰਤੀ ਕਰਦੇ ਨੇ ਗੁਰੂ ਦੀ ਬਾਣੀ ਦੇ ਨਾਲ। ਵੇਖੋ ਜਿਸ ਵੇਲੇ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਮਿਲਦੇ ਨੇ ਨਾ ਜੀ, ਰਬਾਬੀ ਨੇ ਉਹ, ਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮਰਦਾਨਿਆ ਭਲੀ ਰਬਾਬ ਵਜਾਇਂਦਾ, ਤੂੰ ਰਬਾਬ ਸੋਹਣੀ ਬਹੁਤ ਪਿਆਰੀ ਵਜਾਉਣਾ ਹੈ, ਤੈਨੂੰ ਰਾਗਾਂ ਦੀ ਸੋਝੀ ਵੀ ਹੈ, ਤੇ ਜੇ ਕਿਧਰੇ ਸ਼ਬਦ ਨੂੰ ਪਾ ਕੇ ਰਬਾਬ ਵਜਾ ਕੇ ਮਾਲਕ ਦੀ ਸਿਫਤੋ ਸਲਾਹ ਕਰੇਗਾ, ਤੇਰਾ ਇੱਥੇ ਵੀ ਭਲਾ ਹੋਏਗਾ, ਉੱਥੇ ਵੀ ਭਲਾ ਹੋਏਗਾ। ਮਰਦਾਨਾ ਕਹਿੰਦਾ ਬਾਬਾ ਇਹ ਰਬਾਬ ਵਜਾ ਕੇ ਮੈਂ ਲੋਕਾਂ ਦੇ ਘਰਾਂ ਤੇ ਜਾ ਕੇ ਜਦੋਂ ਉਹਨਾਂ ਦੇ ਸੋਹਲੇ ਗਾਉਣਾ ਵਾ, ਉਹਨਾਂ ਦੇ ਦਰਾਂ ਤੇ ਜਾ ਕੇ ਉਹਨਾਂ ਦੀ ਕੀਰਤੀ ਕਰਨਾ ਵਾ, ਰਬਾਬ ਵਜਾ ਕੇ ਉਹਨਾਂ ਦੀ ਖੁਸ਼ਾਮਦੀ ਦੇ ਸ਼ਬਦ ਬੋਲਣਾ ਵਾ, ਤੇ ਮਹਾਰਾਜ ਕੋਈ ਮੈਨੂੰ ਧਨ ਦਿੰਦਾ ਹੈ, ਕੋਈ ਮੈਨੂੰ ਅੰਨ ਦਿੰਦਾ ਹੈ, ਕੋਈ ਮੈਨੂੰ ਬਸਤਰ ਦਿੰਦਾ ਹੈ, ਉਹ ਮੇਰੀਆਂ ਦੁਨਿਆਵੀ ਲੋੜਾਂ ਪੂਰੀਆਂ ਕਰਦੇ ਨੇ, ਮੇਰਾ ਨਿਰਵਾਹ ਚੱਲਦਾ ਹੈ, ਤੇ ਜੇ ਸ਼ਬਦ ਨਾਲ ਪਾ ਕੇ ਰਬਾਬ ਵਜਾਵਾਂਗਾ, ਮਾਲਕ ਦੀ ਸਿਫਤੋ ਸਲਾਹ ਕਰਾਂਗਾ, ਤੇ ਮਹਾਰਾਜ ਫਿਰ ਕੀ ਮਿਲੇਗਾ। ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਰਬਾਬ ਵਜਾ ਕੇ ਤੂੰ ਲੋਕਾਂ ਦੇ ਘਰਾਂ ਤੇ ਜਾ ਕੇ ਉਹਨਾਂ ਦੀ ਝੂਠੀ ਕੀਰਤੀ ਕੀਤੀ ਏ, ਤੇ ਮੰਗਤੇ ਦਾ ਮੰਗਤਾ ਹੀ ਰਹੇਗਾ। ਹਾਂ ਜੇ ਰਬਾਬ ਵਜਾ ਕੇ ਅਕਾਲ ਪੁਰਖ ਦੇ ਸੋਹਲੇ ਗਾਏਗਾ ਗੁਰੂ ਦੇ ਸ਼ਬਦ ਨਾਲ, ਤੂੰ ਮੰਗਤਾ ਨਹੀਂ, ਤੂੰ ਦਾਤਾ ਬਣ ਜਾਏਗਾ, ਤੂੰ ਦਾਤਾ ਬਣ ਜਾਏਗਾ। ਜਿਨ੍ਹਾਂ ਦੇ ਘਰਾਂ ਤੇ ਜਾ ਕੇ ਤੂੰ ਮੰਗਣਾ, ਉਹੀ ਤੇਰੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਗਾਇਆ ਕਰਨਗੇ। ਸ਼ਬਦ ਨਾਲ ਰਬਾਬ ਨੂੰ ਜਾ ਕੇ ਮਾਲਕ ਦੀ ਕੀਰਤੀ ਕਰ, ਕੀਰਤਨ ਕਰ ਮਾਲਕ ਦਾ। ਇਸ ਤਰ੍ਹਾਂ ਰਬਾਬੀ ਆਉਂਦੇ ਨੇ ਜੀ, ਜਦੋਂ ਪਿਆਰ ਦੇ ਨਾਲ ਆਣ ਕੇ ਇਹ ਫਿਰ ਕੀਰਤੀ ਕਰਦੇ ਨੇ ਧੰਨ ਗੁਰੂ ਮਹਾਰਾਜ ਜੀ ਨੂੰ। ਪਿਆਰਿਓ ਕੀਰਤਨ ਇਹ ਬਹੁਤ ਪਿਆਰਾ ਲੱਗਦਾ, ਬੜਾ ਚੰਗਾ ਲੱਗਦਾ ਮੈਨੂੰ। ਗਿਆਨੀ ਮਾਨ ਸਿੰਘ ਚੌਰ ਉਹਨਾਂ ਦੀ ਇੱਕ ਗੱਲ ਯਾਦ ਆ ਗਈ ਬੜੀ ਪਿਆਰੀ। ਉਹ ਕਹਿੰਦੇ ਨੇ ਕਿ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਨ ਦੇ ਲਈ ਚੜਿਆ ਸੋਧਣ ਧਰਤੁ ਲਕਾਈ, ਮਹਾਰਾਜ ਧਰਤੁ ਲਕਾਈ ਨੂੰ ਸੋਧਣ ਦੇ ਲਈ ਜੇ ਤੁਰ ਲੱਗੇ ਨਾ ਜੀ, ਪਰਿਵਾਰ ਨੂੰ ਮਿਲਦੇ ਨੇ, ਪਰਿਵਾਰ ਸਾਰਾ ਇਕੱਠਾ ਹੈ, ਮਰਦਾਨਾ ਜੀ ਨੂੰ ਨਾਲ ਲੈ ਕੇ ਜਾਣਾ। ਜਿਸ ਵੇਲੇ ਸਾਰਿਆਂ ਨੂੰ ਵਾਰੋ ਵਾਰੀ ਮਿਲੇ, ਤੇ ਮਾਂ ਤ੍ਰਿਪਤਾ ਜੀ ਨੇ ਕਹਿੰਦੇ ਮਰਦਾਨੇ ਨੂੰ ਆਵਾਜ਼ ਮਾਰੀ, ਘਰ ਦੇ ਇੱਕ ਖੁੰਝੇ ਕੋਨੇ ਵਿੱਚ ਲੈ ਗਏ ਵਿਹੜੇ ਦੇ, ਤੇ ਮਾਤਾ ਜੀ ਕਹਿੰਦੇ ਨੇ ਮਰਦਾਨਿਆ ਵੇਖ ਮੇਰਾ ਨਾਨਕ, ਮੇਰੇ ਦਿਲ ਦਾ ਟੁਕੜਾ, ਮੇਰਾ ਪਿਆਰਾ ਪੁੱਤਰ ਇਹ ਤੇਰੇ ਨਾਲ ਚਲਿਆ ਏ। ਮਰਦਾਨਿਆ ਖਿਆਲ ਰੱਖੀ, ਮੇਰੇ ਬੱਚੂ ਦਾ ਧਿਆਨ ਰੱਖੀ, ਮੇਰੇ ਨਾਨਕ ਨੂੰ ਕਿਧਰੇ ਭੁੱਖਾ ਨਾ ਰਹਿਣ ਦੇ। ਜਦੋਂ ਇੰਨੀ ਗੱਲ ਕਹੀ ਨਾ ਕਿ ਮੇਰਾ ਨਾਨਕ ਕਿਧਰੇ ਭੁੱਖਾ ਨਾ ਰਹਿ ਜਾਏ, ਮਰਦਾਨਾ ਹੈਰਾਨ ਹੋਇਆ, ਕਹਿੰਦਾ ਮਾਂ ਤੇਰੇ ਨਾਨਕ ਦੀ ਕਿਰਪਾ ਨਾਲ ਹੀ ਤਲਵੰਡੀ ਵਸਦੀ ਹੈ। ਤੇਰਾ ਨਾਨਕ ਸਾਰੇ ਸੰਸਾਰ ਦੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ, ਤੇਰਾ ਨਾਨਕ ਇਹ ਜਿਹੜੀ ਲੁਕਾਈ ਹੈ ਇਹਨਾਂ ਦੀਆਂ ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਮਿਟਾਉਣ ਵਾਲਾ, ਮੈਂ ਤੇਰੇ ਨਾਨਕ ਦਾ ਖਿਆਲ ਕਿਵੇਂ ਰੱਖਣਾ ਹੈ ਮੈਨੂੰ ਸਮਝ ਨਹੀਂ ਪਈ। ਉੱਥੇ ਮਾਂ ਤ੍ਰਿਪਤਾ ਨੇ ਜੋ ਬਚਨ ਕਹੇ ਗਿਆਨੀ ਜੀ ਦੱਸਦੇ, ਉਹ ਕਹਿੰਦੇ ਮਾਂ ਤ੍ਰਿਪਤਾ ਕਹਿੰਦੀ ਹੈ ਮਰਦਾਨਿਆ ਗੱਲ ਏਦਾਂ, ਮੇਰੇ ਨਾਨਕ ਦੀ ਖੁਰਾਕ ਇਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਨਹੀਂ,
ਮੇਰੇ ਨਾਨਕ ਦੀ ਖੁਰਾਕ, ਮੇਰੇ ਨਾਨਕ ਦਾ ਭੋਜਨ ਇਹ ਤਰ੍ਹਾਂ ਤਰ੍ਹਾਂ ਦੀਆਂ ਖੀਰਾਂ ਮਾਲ ਪੂੜੇ ਨਹੀਂ, ਇਹ ਬਦਾਮਾਂ ਕਾਜੂਆਂ ਦੀਆਂ ਗਿਰੀਆਂ ਨਹੀਂ, ਇਹ ਤਰ੍ਹਾਂ ਤਰ੍ਹਾਂ ਦੇ ਮਿਸ਼ਟਾਨ ਪ੍ਰਸ਼ਾਦ ਨਹੀਂ। ਮਰਦਾਨਿਆ, ਮੇਰੇ ਨਾਨਕ ਦਾ ਭੋਜਨ, ਮੇਰੇ ਨਾਨਕ ਦੀ ਖੁਰਾਕ ਇਹ ਕੀਰਤਨ, ਤੇ ਕੀਰਤਨ ਦੀ ਕੁੰਜੀ ਰਬਾਬ। ਰਬਾਬ ਹੈ ਤੇਰੇ ਹੱਥਾਂ ਦੇ ਵਿੱਚ। ਜਦੋਂ ਮੇਰਾ ਨਾਨਕ ਕਹੇਗਾ ਨਾ ਕਿ ਮਰਦਾਨਿਆ ਰਬਾਬ ਵਜਾ, ਰਬਾਬ ਵਜਾਉਣ ਤੋਂ ਇਨਕਾਰ ਨਾ ਕਰੀ, ਨਹੀਂ ਤਾਂ ਮੇਰਾ ਨਾਨਕ ਭੁੱਖਾ ਰਹਿ ਜਾਏਗਾ, ਮੇਰਾ ਨਾਨਕ ਭੁੱਖਾ ਰਹਿ ਜਾਏਗਾ। ਰਬਾਬ ਵਜਾਉਣ ਤੋਂ ਕਦੇ ਇਨਕਾਰ ਨਾ ਕਰੀ। ਤਾਂ ਹੀ ਸਾਹਿਬ ਨੇ ਕਿਹਾ ਕਿ ਭੋਜਨ ਕੀਰਤਨ ਨੀਤ ਇਹ ਤੇਰੀ ਖੁਰਾਕ ਬਣ ਜਾ ਰੂਹ ਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਗ੍ਰਹਿ ਵਿਖੇ ਰਬਾਬੀ ਆਉਂਦੇ ਨੇ, ਕੀਰਤਨ ਕਰਦੇ ਨੇ, ਸੰਗਤਾਂ ਸੁਣਦੀਆਂ ਨੇ, ਆਨੰਦਿਤ ਹੁੰਦੀਆਂ ਹਨ ਜੀ। ਬਖਸ਼ੈ ਬਸਤਰ ਵਿਭੂਖਨ ਬਹੁ ਬਿਦ, ਬਿਰਮਤ ਬੈਠੇ ਉੱਠ ਨਾ ਸਕਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਰ ਵਿਧੀ ਅਨੁਸਾਰ ਪਿਆਰੇ ਬਸਤਰ ਦਿੰਦੇ ਨੇ। ਸਤਿਗੁਰੂ ਮਹਾਰਾਜ ਜੀ ਜੋ ਕਿਸੇ ਦੀ ਭਾਵਨਾ ਹੈ ਉਹ ਭਾਵਨਾ ਪੂਰੀ ਕਰਦੇ ਹਨ ਜੀ। ਧੰਨ ਧੰਨ ਗੁਰੂ ਧੰਨ ਜਨਮ ਸਿਸ, ਜਿਸ ਤੇ 10 ਦਿਸ ਜਸ ਪਰਸਾਏ। ਤੇ ਸਾਰੇ ਸਿੱਖ ਤੇ ਸੰਗਤਾਂ ਕਹਿੰਦੀਆਂ ਨੇ ਧੰਨ ਧੰਨ ਗੁਰੂ ਗੁਰ ਅਰਜਨ ਦੇਵ ਮਹਾਰਾਜ ਜੀ ਧੰਨ ਨੇ, ਧੰਨ ਜਨਮ ਸਿਸ। ਤੇ ਕਹਿੰਦੇ ਸਾਹਿਬਜ਼ਾਦਾ ਵੀ ਧੰਨ ਨੇ ਕਿ ਜਿਨ੍ਹਾਂ ਦਾ ਜਨਮ ਹੋਇਆ 10 ਦਿਸ ਜਸ ਪਸਰਾਏ, ਕਿ ਇਹ ਜਿਨ੍ਹਾਂ ਦੀ ਪ੍ਰਤਾਪ, ਜਿਨ੍ਹਾਂ ਦੀ ਕੀਰਤੀ ਸਾਰੇ ਪਾਸੇ ਫੈਲ ਰਹੀ ਹੈ ਜੀ। ਬਦਤ ਸਰੀਰ ਦੂਜ ਤੇ ਜਸ ਸਸ, ਤਿਮ ਤਿਮ ਸੁੰਦਰਤਾ ਦਿਖਾਏ। ਜਿਵੇਂ ਪਿਆਰਿਓ ਦੂਜ ਦਾ ਚੰਦ ਹੌਲੀ ਹੌਲੀ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਬਾਲਕ ਹਰਗੋਬਿੰਦ ਸਾਹਿਬ ਜੀ ਇਹ ਵੀ ਹੁਣ ਸਰੀਰਕ ਤੌਰ ਤੇ ਹੁਣ ਹੌਲੀ ਹੌਲੀ ਇਹ ਪ੍ਰਫੁੱਲਤ ਹੋਣ ਲੱਗ ਪਏ ਜੀ। ਸਰੀਰ ਹੁਣ ਵਾਧੇ ਪੈ ਗਿਆ, ਅੱਜ ਹੋਰ ਕੱਲ ਹੋਰ। ਬੁੱਧ ਸਰੀਰ ਦੂਜ ਤੇ ਜਸ ਸੱਸ ਕਹਿਣ ਲੱਗੇ ਜਿਵੇਂ ਦੂਜ ਦਾ ਚੰਦਰਮਾ ਵੱਧਦਾ ਏ, ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਦੋਂ ਬਾਲ ਅਵਸਥਾ ਵਿੱਚ ਨੇ, ਇਹਨਾਂ ਦਾ ਸਰੀਰ ਇਹ ਹੁਣ ਵਾਧੇ ਪਿਆ। ਜਿਵੇਂ ਜਿਵੇਂ ਸਰੀਰ ਵੱਧਦਾ ਹੈ ਪ੍ਰਫੁੱਲਤ ਹੁੰਦਾ ਹੈ, ਤਿਵੇਂ ਤਿਵੇਂ ਸੁੰਦਰਤਾ ਵੀ ਹੋਰ ਇਹਨਾਂ ਦੀ ਵੱਧਦੀ ਜਾਂਦੀ ਹੈ ਜੀ। ਏਕ ਮਾਸ ਬੀਤਿਓ ਜਬ ਐਸੇ, ਕਰਤ ਦੁਲਾਰ ਮਾਤ ਬਲ ਜਾਏ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਪਿਆਰ 1 ਮਹੀਨਾ ਬੀਤ ਜਾਂਦਾ ਹੈ। ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਦੁਲਾਰ ਦੇ, ਲਾਡ ਲਡਾਉਂਦੇ ਬਲਹਾਰ ਜਾਂਦੇ ਹਨ ਜੀ। ਰਾਤ ਦਿਵਸ ਸੁਤ ਕੋ ਮੁਖ ਦੇਖੈ, ਨੈ ਲੋਚਨ ਕਿਉ ਤ੍ਰਿਪਤਾਏ। ਰਾਤ ਦਿਨ ਆਪਣੇ ਲਾਲ ਨੂੰ ਤੱਕਦੇ ਨੇ, ਆਪਣੇ ਸੁੱਤ ਆਪਣੇ ਸਾਹਿਬਜ਼ਾਦੇ ਦੇ ਸੋਹਣੇ ਮੁਖ ਨੂੰ ਤੱਕਦੇ ਰਹਿੰਦੇ ਨੇ। ਨਹਿ ਲੋਚਨ ਕਿਉਂ ਤ੍ਰਿਪਤਾਏ। ਤੇ ਪਿਆਰੋ ਸਾਹਿਬਜ਼ਾਦੇ ਦਾ ਮੁਖ ਦੇਖਦਿਆਂ ਦੇਖਦਿਆਂ ਮਾਤਾ ਗੰਗਾ ਦੇ ਲੋਚਨ ਕਦੇ ਤ੍ਰਿਪਤ ਨਹੀਂ ਹੁੰਦੇ, ਨੈਣ ਰੱਜਦੇ ਹੀ ਨਹੀਂ। ਬਸ ਮਾਂ ਦੀ ਭਾਵਨਾ ਕਿ ਬਸ ਆਪਣੇ ਲਾਲ ਨੂੰ, ਆਪਣੇ ਸੁੱਤ ਨੂੰ ਮੈਂ ਦਿਨ ਰਾਤ ਇਸੇ ਤਰ੍ਹਾਂ ਨਿਹਾਰਦੀ ਰਹਾਂ, ਤੱਕਦੀ ਰਹਾਂ ਜੀ। ਬਰ ਬਸ ਨਿੰਦਰਾ ਅਧਿਕ ਬਦੈ ਜਬ, ਸੁਪਤੈ ਸ਼ਿਪਰ ਜਾਗ ਕੋ ਪਾਏ। ਤੇ ਜਿਸ ਵੇਲੇ ਨੀਂਦਰ ਬਹੁਤ ਜ਼ਿਆਦਾ ਜ਼ੋਰ ਪਾ ਦਿੰਦੀ ਸੀ, ਫਿਰ ਪਿਆਰੇ ਉਸ ਵੇਲੇ ਮਾਤਾ ਗੰਗਾ ਜੀ ਉਹ ਆਰਾਮ ਕਰਦੇ, ਉਹਨਾਂ ਦੀ ਚਪਕੀ ਲੱਗਦੀ, ਚਪਕੀ ਲੱਗਣ ਤੋਂ ਫੌਰਨ ਫਿਰ ਬਹੁਤ ਜਲਦੀ ਉਹ ਜਾਗ ਜਾਂਦੇ ਹਨ ਜੀ। ਜਨ ਪਨੰਗ ਮਨ ਮਨ ਸੋ ਲਾਗਿਓ, ਐਨਸ ਰਾਖਨ ਮੈਂ ਹਿਤਕਾਰ। ਕਵੀ ਜੀ ਇੱਕ ਉਦਾਹਰਨ ਦਿੰਦੇ ਨੇ ਕਿ ਮਾਤਾ ਗੰਗਾ ਜੀ, ਕੋਈ ਵੀ ਮਾਂ ਹੋਵੇ ਜੀ, ਚਲੋ ਮਾਤਾ ਗੰਗਾ ਜੀ ਉਹਨਾਂ ਦੇ ਘਰੇ ਤੋਂ ਹੁਣ ਜਿਹੜਾ ਆਇਆ ਉਹ ਤੇ ਜੰਮਿਆ ਪੂਤ ਭਗਤ ਗੋਬਿੰਦ ਕਾ, ਉਹ ਤੇ ਗੋਬਿੰਦ ਦਾ ਭਗਤ ਆਇਆ ਹੈ ਨਾ ਜੀ, ਔਰ ਉਹਨੇ ਫਿਰ ਕੱਲ ਨੂੰ ਗੁਰੂ ਨਾਨਕ ਦੀ ਜੋਤ ਦਾ ਮਾਲਕ ਵੀ ਬਣਨਾ ਹੈ, ਉਹਦਾ ਤੇ ਪਿਆਰ ਹੈ ਹੀ ਹੈ। ਵੈਸੇ ਕੋਈ ਵੀ ਮਾਂ ਹੋਵੇ ਜੀ ਉਹ ਆਪਣੀ ਧੀ ਨੂੰ, ਆਪਣੇ ਪੁੱਤਰ ਨੂੰ ਪਿਆਰ ਕਰਦੀ ਹੀ ਕਰਦੀ ਹੈ ਜੀ, ਅੰਦਰ ਦੀ ਮਮਤਾ ਹੈ ਮਾਂ ਦੀ। ਕਵੀ ਜੀ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਜਨ ਪੰਨਗ ਮਨ ਮੀਨ, ਮਨ ਸਿਉ ਲਾਗਿਓ ਮਨੀ। ਕਹਿਣ ਲੱਗੇ ਜਿਵੇਂ ਜਿਹੜਾ ਨਾਗ ਹੈ ਨਾ, ਉਹਨੂੰ ਮਣੀ ਮਿਲ ਜਾਏ, ਤੇ ਜਿਵੇਂ ਨਾਗ ਆਪਣੀ ਮਣੀ ਨੂੰ ਕਦੇ ਆਪਣੇ ਤੋਂ ਆਸੇ ਪਾਸੇ ਨਹੀਂ ਹੋਣ ਦਿੰਦਾ, ਜਿਵੇਂ ਉਹ ਆਪਣੀ ਮਣੀ ਨੂੰ ਪਿਆਰ ਕਰਦਾ ਹੈ, ਜਿਵੇਂ ਉਹ ਮਣੀ ਦੀ ਰਾਖੀ ਕਰਦਾ ਹੈ ਕਿ ਇਹ ਜਿਹੜੀ ਮਣੀ ਹੈ ਇਹਨੂੰ ਕੋਈ ਉਠਾ ਕੇ ਨਾ ਲੈ ਜਾਏ, ਇਹ ਕਿਧਰੇ ਗਵਾਚ ਨਾ ਜਾਏ।
ਜਿਵੇਂ ਪਿਆਰਿਓ ਇੱਕ ਨਾਗ ਆਪਣੀ ਮਣੀ ਨੂੰ ਸਾਂਭ ਕੇ ਰੱਖਦਾ ਹੈ, ਨੇਤਰਾਂ ਨਾਲ ਦੇਖਦਾ ਨਿਹਾਲਦਾ ਹੈ, ਇਸੇ ਤਰ੍ਹਾਂ ਮਾਤਾ ਜੀ ਆਪਣੇ ਸੁੱਧ ਨੂੰ ਨਿਹਾਰਦੇ ਆਪਣੀਆਂ ਅੱਖਾਂ ਸਾਹਮਣੇ ਹਰ ਵੇਲੇ ਰੱਖਦੇ ਹਨ ਜੀ। ਇੰਦਰਾ ਤੇ ਜਬ ਉਗਰੈ ਲੋਚਨ ਤਨਜ ਬਦਨ ਪਰ ਦ੍ਰਿਸ਼ਟ ਪਸਾਰ। ਤੇ ਜਿਸ ਵੇਲੇ ਪਿਆਰਿਓ ਰਾਤ ਆਰਾਮ ਕਰਦੇ ਨੇ, ਜਿਸ ਵੇਲੇ ਨੀਂਦ ਬਹੁਤ ਜ਼ੋਰ ਪਾਉਂਦੀ ਹੈ, ਅੱਖ ਲੱਗਦੀ ਹੈ, ਜਦੋਂ ਅੱਖਾਂ ਖੁੱਲਦੀਆਂ ਨੇ ਸਵੇਰੇ, ਨਿੰਦਰਾ ਤੇ ਜਬ ਉਗਰੈ ਲੋਚਨ, ਜਿਸ ਵੇਲੇ ਅੱਖਾਂ ਖੁੱਲਦੀਆਂ ਨੇ, ਤਨਜ ਬਦਨ ਪਰ ਦ੍ਰਿਸ਼ਟ ਪਸਾਰ, ਅੱਖਾਂ ਖੁੱਲਦੀਆਂ ਸਾਰ ਮਾਤਾ ਗੰਗਾ ਜੀ ਦੀ ਦ੍ਰਿਸ਼ਟੀ ਸਾਹਿਬਜ਼ਾਦੇ ਦੇ ਮੁਖ ਤੇ ਪੈਂਦੀ ਹੈ ਜੀ। ਪਾਲਤ ਲਾਲਤ ਘਾਲਤ ਘਾਲੇ ਡਾਲਤ ਨੈਣ ਸਿਆਮਤ ਚਾਰ। ਇਸ ਤਰ੍ਹਾਂ ਮਾਤਾ ਗੰਗਾ ਜੀ ਆਪਣੇ ਪਿਆਰੇ ਸਾਹਿਬਜ਼ਾਦੇ ਨੂੰ ਪਾਲਦੇ ਨੇ, ਲਾਡ ਲਡਾਉਂਦੇ ਨੇ, ਹਰੇਕ ਤਰੀਕੇ ਨਾਲ ਉਹਨਾਂ ਦੀ ਪਰਵਰਿਸ਼ ਕਰਦੇ ਨੇ, ਉਹਨਾਂ ਦਾ ਖਿਆਲ ਰੱਖਦੇ ਹਨ ਜੀ। ਚਲਨੀ ਚੀਨ ਮਹੀਨ ਸੂਤ ਕੀ ਬਰਨ ਬਰਨ ਕੀ ਪਾਏ ਸੁਧਾਰ। ਤੇ ਫਿਰ ਮੌਸਮ ਦੇ ਅਨੁਸਾਰ ਜਿਹੋ ਜੇ ਬਸਤਰਾਂ ਦੀ ਲੋੜ ਹੈ, ਉਦਾਂ ਦੇ ਜਿਹੜੇ ਬਸਤਰ ਨੇ ਮਾਤਾ ਜੀ ਆਪਣੇ ਲਾਲ ਆਪਣੇ ਸਾਹਿਬਜ਼ਾਦੇ ਨੂੰ ਪਹਿਨਾਉਂਦੇ ਹਨ ਜੀ। ਤੋਹਰਾ ਇਸ ਪ੍ਰਕਾਰ ਬ੍ਰਿਧਤ ਗੁਰੂ ਸੁੰਦਰ ਸਰਬ ਸਰੀਰ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਿਆਰੇ ਉਹਨਾਂ ਦਾ ਸੁੰਦਰ ਸਰੀਰ ਇਹ ਹੁਣ ਵਾਧੇ ਪਿਆ ਹੋਇਆ ਹੈ, ਇਹ ਹੁਣ ਵਾਧਾ ਜਾ ਰਿਹਾ ਹੈ, ਇਹ ਹੁਣ ਪ੍ਰਫੁੱਲਤ ਹੁੰਦਾ ਜਾ ਰਿਹਾ ਹੈ, ਇਹ ਹੁਣ ਹੱਥ ਪੈਰ ਮਾਰਦੇ ਨੇ, ਹੁਣ ਇਹ ਟਿਕਦੇ ਵੀ ਨਹੀਂ ਹਨ, ਸਰੀਰ ਵਿੱਚ ਬੜੀ ਫੁਰਤੀ ਹੈ ਪਿਆਰੇ। ਹੁਣ ਇਹ ਸਰੀਰ ਇਹਨਾਂ ਦਾ ਹੋਰ ਜਿਵੇਂ ਜਿਵੇਂ ਵੱਧਦਾ ਜਾਂਦਾ ਹੈ ਤੇ ਸੁੰਦਰਤਾ ਵੀ ਨਾਲ ਨਾਲ ਵੱਧਦੀ ਜਾਂਦੀ ਹੈ ਜੀ। ਅੰਗ ਬਿਲੰਦ ਬਿਲੋਕੀਅਤ ਹਰ ਗੋਬਿੰਦ ਮਤ ਧੀਰ। ਤੇ ਪਿਆਰਿਓ ਜਦੋਂ ਬਾਲਕ ਨੂੰ ਆਣ ਕੇ ਕੋਈ ਦੇਖਦਾ ਹੈ ਨਾ ਜੀ, ਔਰ ਉਹਨਾਂ ਦੇ ਅੰਗ ਦੇਖਦਾ ਹੈ, ਉਹਨਾਂ ਦਾ ਮੁਖ ਦੇਖਦਾ ਹੈ, ਹਰ ਕੋਈ ਕਹਿੰਦਾ ਕਿ ਇਹ ਜਿਹੜਾ ਬਾਲਕ ਹੈ ਇਹ ਬੜਾ ਗਹਿਰ ਗੰਭੀਰ ਹੈ, ਇਹ ਬੜੇ ਧੀਰਜ ਵਾਲਾ ਹੈ। ਤੇ ਵਾਕਿਆ ਹੀ ਗੁਰੂ ਹਰਗੋਬਿੰਦ ਮਹਾਰਾਜ ਬੜੇ ਧੀਰਜ ਵਾਲੇ ਨੇ ਜੀ। ਸਾਹਿਬ ਜੀ ਵੇਖੋ ਮੈਦਾਨੇ ਜੰਗ ਅੰਦਰ ਵੀ ਗਏ, ਯੁੱਧ ਵੀ ਕੀਤੇ, ਧੀਰਜ ਕਿੰਨਾ ਸਤਿਗੁਰੂ ਜੀ ਦੇ ਪਿਆਰੇ ਹਿਰਦੇ ਦੇ ਵਿੱਚ ਧੀਰਜ ਇੰਨਾ ਕਿ ਪਿਆਰੇ ਜਿਸ ਵੇਲੇ ਮੈਦਾਨੇ ਜੰਗ ਅੰਦਰ ਵੀ ਜੂਝਦੇ ਨੇ ਤੇ ਜਦੋਂ ਦੁਸ਼ਮਣ ਤੇ ਵਾਰ ਕਰਦੇ ਨੇ ਤੇ ਕਹਿੰਦੇ ਨੇ ਮਿੱਤਰਾ ਵਾਰ ਇੰਜ ਨਹੀਂ ਇੰਜ ਕਰੀਦਾ ਹੈ। ਇਵੇਂ ਕਹਿ ਲਈਏ ਕਿ ਮੈਦਾਨੇ ਜੰਗ ਅੰਦਰ ਦੁਸ਼ਮਣਾਂ ਨੂੰ ਹੀ ਜਾਚ ਸਿਖਾ ਰਹੇ ਨੇ ਕਿ ਲੜੀਦਾ ਕਿਵੇਂ ਹੈ। ਧੀਰਜ ਕਿੰਨਾ ਕਿ ਪਹਿੰਦੇ ਖਾਂ ਨੂੰ ਪਾਲਿਆ ਪੋਸਿਆ, ਉਹਦੀ ਸੰਭਾਲ ਕੀਤੀ, ਉਹਨੂੰ ਸੈਨਾਪਤੀ ਬਣਾਇਆ, ਗੁਰੂ ਘਰ ਦਾ ਵਿਰੋਧੀ ਹੋਇਆ, ਦੁਸ਼ਮਣ ਬਣ ਕੇ ਚੜ ਕੇ ਆਇਆ। ਜਦੋਂ ਸਤਿਗੁਰੂ ਜੀ ਵਾਰ ਕਰਦੇ ਨੇ ਤੇ ਕਹਿੰਦਾ ਹਾਏ ਮਾਂ ਹਾਏ ਅੰਮਾ, ਤੇ ਮੇਰੇ ਸਤਿਗੁਰੂ ਦਾ ਕਿੰਨਾ ਧੀਰਜ, ਕਹਿੰਦੇ ਪੈਂਡੇ ਹਾਏ ਅੰਮਾ ਨਹੀਂ ਹਾਏ ਅੱਲਾ ਕਹਿ, ਹੁਣ ਅੱਲਾ ਨੂੰ ਯਾਦ ਕਰਨ ਦਾ ਵੇਲਾ ਹੈ। ਇਹ ਧੀਰਜ ਜਿਹੜਾ ਵੀ ਸਾਹਿਬਜ਼ਾਦੇ ਦੇ ਆਣ ਕੇ ਦਰਸ਼ਨ ਕਰਦਾ ਹੈ ਨਾ, ਉਹ ਕਹਿੰਦਾ ਹੈ ਬਾਲਕ ਬੜਾ ਧੀਰਜ ਵਾਲਾ ਹੈ ਜੀ। ਦੋਹਰਾ ਪ੍ਰਿਥੀਏ ਕੀ ਦਾਸੀ ਫਿਰੀ ਖੋਜਤ ਦੁਰਮਤ ਨਾਰ। ਇਧਰੋਂ ਪਿਆਰਿਓ ਪ੍ਰਿਥੀਏ ਕੀ ਦਾਸੀ ਫਿਰੀ, ਜੋ ਪ੍ਰਿਥਵੀ ਚੰਦ ਉਹਨਾਂ ਦੀ ਦਾਸੀ ਹੈ, ਉਹ ਜਿਹੜੀ ਉਹਨਾਂ ਦੀ ਗੋਲੀ ਹੈ, ਉਹਨਾਂ ਦੇ ਘਰੇ ਕੰਮ ਕਰਨ ਵਾਲੀ ਭੈੜੀ ਮੱਤ ਵਾਲੀ, ਉਹ ਹੁਣ ਖੋਜਦੀ ਹੈ, ਲੱਭਦੀ ਹੈ ਕੋਈ ਇਹੋ ਜਿਹਾ ਵਿਅਕਤੀ ਮਿਲ ਜਾਏ ਕਿ ਜੋ ਇਸ ਬਾਲਕ ਦਾ ਜਾ ਕੇ ਨੁਕਸਾਨ ਕਰੇ ਜੀ। ਇੱਕ ਨੇ ਕਹਿ ਧੀਰਜ ਦਈ ਤੋਹੇ ਕਰੋ ਮੈਂ ਕਾਰ। ਪਿਆਰਿਓ ਇਹ ਹੁਣ ਜਿਹੜੀ ਦਾਸੀ ਹੈ ਇਹਨੇ ਧੀਰਜ ਦਿੱਤੀ ਹੈ, ਇਹ ਪ੍ਰਿਥਵੀ ਚੰਦ ਦੀ ਘਰ ਵਾਲੀ ਕਰਮ ਨੂੰ ਕਹਿੰਦੀ ਤੂੰ ਫਿਕਰ ਨਾ ਕਰ, ਚਿੰਤਾ ਨਾ ਕਰ, ਤੇਰਾ ਇਹ ਕਾਰਜ ਹੋ ਜਾਏਗਾ, ਇਹ ਕਾਰ ਮੈਂ ਕਰਾਂਗੀ, ਤੂੰ ਮੇਰੇ ਤੇ ਇਹ ਜ਼ਿੰਮੇਵਾਰੀ ਲਗਾਈ ਹੈ, ਮੈਂ ਜ਼ਿੰਮੇਵਾਰੀ ਨਿਭਾਵਾਂਗੀ, ਤੂੰ ਚਿੰਤਾ ਨਾ ਕਰ, ਮੈਨੂੰ ਥੋੜਾ ਸਮਾਂ ਚਾਹੀਦਾ, ਵਕਤ ਚਾਹੀਦਾ, ਤੁਹਾਡਾ ਇਹ ਮਸਲਾ ਹੱਲ ਹੋ ਜਾਵੇਗਾ, ਤੁਹਾਡੇ ਰਾਹ ਦਾ ਜਿਹੜਾ ਰੋੜਾ ਹੈ ਇਹ ਮੈਂ ਪਾਸੇ ਕਰਵਾ ਦੇਵਾਂਗੀ ਜੀ। ਸੋਈਆ ਛੰਦ ਰਾਮਦਾਸਪੁਰ ਬਸੈ ਕੁਚਲਨੀ ਤਾਇਨ ਕੀ ਕ੍ਰਿਤੇ ਗੁਜਰਾਨ। ਪਿਆਰਿਓ ਫਿਰ ਹੋਇਆ ਕੀ, ਪ੍ਰਿਥਵੀ ਦੀ ਜਿਹੜੀ ਦਾਸੀ ਸੀ ਉਹਨੇ ਖੋਜ ਕੇ ਲੱਭ ਕੇ ਨਾ ਇੱਕ ਖੋਟੀ ਮੱਤ ਵਾਲੀ ਔਰਤ ਲੱਭ ਹੀ ਲਈ ਜੀ। ਉਹਦੇ ਨਾਲ ਉਹਨੇ ਗੱਲਬਾਤ ਕੀਤੀ। ਉਹ ਹੁਣ ਜਿਹੜੀ ਭੈੜੀ ਮੱਤ ਵਾਲੀ ਖੋਟੇ ਕਰਮਾਂ ਵਾਲੀ, ਉਹ ਫਿਰ ਕਹਿੰਦੀ ਤੂੰ ਪਰਵਾਹ ਨਾ ਕਰ, ਤੇਰਾ ਕੰਮ ਮੈਂ ਕਰਾਂਗੀ।
ਹੋਇਆ ਕਿ ਇਹ ਹੈ ਕੌਣ ਹੈ? ਰਾਮਦਾਸਪੁਰ ਬਸੈ ਕੋ ਚੱਲਣੀ। ਇਹ ਭੈੜੇ ਲੱਛਣਾਂ ਵਾਲੀ, ਭੈੜੇ ਚਾਲ ਚੱਲਣ ਵਾਲੀ ਰਹਿੰਦੀ ਰਾਮਦਾਸਪੁਰ ਹੈ। ਧਾਇਨ ਕੀ ਕਿਰਤ ਤੇ ਗੁਜ਼ਰਾਨ, ਤੇ ਇਹ ਵੀ ਦਾਈ ਦੀ ਹੀ ਇਹ ਕੰਮ ਕਰਦੀ ਹੈ। ਜੋ ਆਪਾਂ ਦੇਖਨੇ ਕਿ ਚਲੋ ਹੁਣ ਸਿਸਟਮ ਹੋ ਰਿਹਾ ਜੀ, ਹੁਣ ਜਿਹੜਾ ਮੈਡੀਕਲ ਡਾਕਟਰੀ ਜਿਹੜਾ ਜ਼ਿਆਦਾ ਉਸ ਤਰੀਕੇ ਨਾਲ ਬੱਚਿਆਂ ਦਾ ਜਨਮ ਹੁੰਦਾ, ਨਹੀਂ ਤਾਂ ਪਹਿਲਾਂ ਦਾਈਆਂ ਇਹ ਸੇਵਾ ਨਿਭਾਉਂਦੀਆਂ ਸਨ। ਹੁਣ ਇਹ ਜਿਹੜੀ ਭੈੜੀ ਮੱਤ ਵਾਲੀ, ਖੋਟੇ ਕਰਮਾਂ ਵਾਲੀ ਪ੍ਰਿਥਵੀ ਚੰਦ ਦੀ ਦਾਸੀ ਨੇ ਜਿਹੜੀ ਲੱਭੀ ਹੈ ਨਾ, ਉਹ ਵੀ ਦਾਈ ਦਾ ਹੀ ਕੰਮ ਕਰਨ ਵਾਲੀ ਹੈ। ਉਹ ਵੀ ਦਾਈ ਦੀ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ ਜੀ। ਦਾਸੀ ਮਸਲਤ ਅਗ ਕੀ ਕਰਕੇ ਕਰਮੋਂ ਨਿਕਟ ਸੋ ਮੇਲੀ ਆਨ। ਹੁਣ ਇਹ ਜਿਹੜੀ ਪ੍ਰਿਥਵੀ ਚੰਦ ਦੀ ਦਾਸੀ ਹੈ, ਇਹਨੇ ਉਸ ਔਰਤ ਨਾਲ ਅਗ ਕੀ ਪਾਪ ਕਰਨ ਦੀ ਇਹ ਮਸਰਤ ਕਰ ਲਈ, ਸਲਾਹ ਕਰ ਲਈ। ਉਹਨੂੰ ਚੰਗੀ ਤਰ੍ਹਾਂ ਇਹਨੇ ਪਕਾ ਲਿਆ, ਚੰਗੀ ਤਰ੍ਹਾਂ ਉਹਨੂੰ ਮਨਾ ਲਿਆ, ਤੇ ਚੰਗੀ ਤਰ੍ਹਾਂ ਮਨਾ ਕੇ ਇਹ ਪਾਪ ਕਰਨ ਦੀ ਸਲਾਹ ਕਰਕੇ ਕਰਮੋਂ ਨਿਕਟ ਸੋ ਮੇਲੀ ਆਨ, ਤੇ ਫਿਰ ਉਹਨੂੰ ਕਰਮੋਂ ਦੇ ਕੋਲ ਲੈ ਕੇ ਆਈ ਹੈ ਜੀ। ਸਾਦਰ ਸਦਨ ਬਿਠਾਏ ਸਮੀਪੀ ਪੂਰਬ ਭਾਖਿਓ ਕਸ਼ਟ ਮਹਾਨ। ਦਾਸੀ ਲਿਆ ਕੇ ਕਰਮੋਂ ਦੇ ਘਰੇ ਉਸ ਭੈੜੀ ਮੱਤ ਵਾਲੀ, ਖੋਟੀ ਮੱਤ ਵਾਲੀ ਨੂੰ ਕਹਿੰਦੀ ਹੈ ਕਿ ਇਹ ਮਾਲਕਣ, ਆ ਜਿਹੜੀ ਮੈਂ ਲੈ ਕੇ ਆਈ ਆ, ਇਹ ਸਾਰਾ ਕਾਰਜ ਕਰੇਗੀ, ਇਹ ਉਸ ਬਾਲਕ ਦੀ ਹਾਨੀ ਕਰੇਗੀ, ਹਰ ਗੋਬਿੰਦ ਨੂੰ ਇਹ ਨੁਕਸਾਨ ਪਹੁੰਚਾਏਗੀ, ਤੇ ਜੋ ਇਹ ਧਨ ਕਹਿੰਦੀ ਏ ਉਹ ਤੁਹਾਨੂੰ ਦੇਣਾ ਪੈਣਾ ਜੀ। ਇਹ ਹੁਣ ਕਰਮੋਂ ਦੇ ਕੋਲ ਉਹਨੂੰ ਜਦੋਂ ਲੈ ਕੇ ਆਈ ਹੈ, ਤੇ ਕਰਮੋਂ ਨੇ ਬੜੇ ਆਦਰ ਦੇ ਨਾਲ ਉਹਨੂੰ ਆਪਣੇ ਕੋਲ ਬਿਠਾਇਆ, ਤੇ ਪਾਸ ਬਿਠਾ ਕੇ ਪਹਿਲਾਂ ਤੇ ਇਹਨੇ ਉਹਨੂੰ ਨਾ ਪਿਆਰਿਓ ਵਸ ਵਿੱਚ ਕਰਨ ਦੇ ਲਈ ਝੂਠੇ ਜਿਹੇ ਆਪਣੀ ਅੱਖਾਂ ਤੋਂ ਹੰਝੂ ਵਹਾ ਦਿੱਤੇ। ਇਹਨੇ ਸੋਚਿਆ ਕਿ ਮੈਂ ਬੜੀ ਦੁਖੀ ਆ, ਤੂੰ ਮੇਰੀ ਸਹਾਇਤਾ ਕਰ। ਐਵੇਂ ਜਿਵੇਂ ਫਫੇ ਕੁੱਟਣੀਆਂ ਹੁੰਦੀਆਂ ਨੇ ਜੀ, ਉਸ ਤਰ੍ਹਾਂ ਪਖੰਡ ਜਿਹਾ ਕਰਕੇ ਨਾ ਇਹ ਹੁਣ ਉਹਨੂੰ ਆਪਣਾ ਦੁੱਖ ਸੁਣਾਉਂਦੀ ਹੈ ਜੀ। ਅਨੁਜਲੀਨ ਗੁਰਤਾ ਵਿਪਰੀਤੀ ਜੇਠੋ ਬੈਠੋ ਰਹਿਓ ਸੁਜਾਨ। ਕਹਿਣ ਲੱਗੀ ਅਨੁਜਲੀਨ ਗੁਰਤਾ ਵਿਪਰੀਤੀ, ਆਖਦੀ ਗੱਲ ਏਦਾਂ ਵੀ ਤੈਨੂੰ ਤਾਂ ਬੁਲਾਇਆ, ਤੈਨੂੰ ਤਾਂ ਅਸਾਂ ਨੇ ਇੱਥੇ ਸੱਦਿਆ ਏ ਕਿ ਅਸਾਂ ਦੇ ਨਾਲ ਬਹੁਤ ਧੱਕਾ ਹੋਇਆ ਹੈ, ਬਹੁਤ ਬੇਇਨਸਾਫੀ ਹੋਈ ਹੈ, ਅਸੀਂ ਬੜੇ ਦੁਖੀ ਹਾਂ। ਇਸ ਕਰਕੇ ਅਨੁਜ ਲੀਨ ਗੁਰਤਾ ਵਿਪਰੀਤੀ, ਅਨੁਜ ਕਹਿੰਦੇ ਨੇ ਕਿ ਨਿੱਕੇ ਨੂੰ, ਨਿੱਕਾ ਗੁਰ ਅਰਜੁਨ ਦੇਵ ਮਹਾਰਾਜ ਉਹ ਗੁਰਿਆਈ ਲੈ ਗਏ ਨੇ, ਤੇ ਇਹ ਬਿਲਕੁਲ ਉਲਟ ਹੋਇਆ ਹੈ। ਜੇਠੋ ਬੈਠੋ ਰਹਿਓ ਸੁਜਾਨ, ਤੇ ਜਿਹੜਾ ਵੱਡਾ ਸੀ ਬੜਾ ਸਿਆਣਾ ਉਹ ਘਰੇ ਬੈਠਾ ਹੋਇਆ, ਉਹ ਘਰੇ ਬੈਠਾ ਹੋਇਆ। ਹਾਲਾਂਕਿ ਜਿਸ ਵੇਲੇ ਪ੍ਰਿਥਵੀ ਚੰਦ ਵਿਰੋਧ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਹੁੰਦਿਆਂ ਬੜਾ ਵਿਰੋਧ ਕੀਤਾ, ਲੇਕਿਨ ਗੁਰੂ ਰਾਮਦਾਸ ਸਾਹਿਬ ਸਮਝਾਉਂਦੇ ਰਹੇ। ਉਹ ਕਹਿੰਦੇ ਨੇ ਪ੍ਰਿਥਵੀ ਚੰਦਾ ਠੀਕ ਹੈ, ਤੂੰ ਕਹਿੰਦਾ ਮੈਂ ਬੜਾ ਸਿਆਣਾ, मैं सारा काम काज देखदा वा सांभदा वा, पर नहीं मैनी इसको दी गुरियाई ये थापी इस नाने लाई। कहंदे गुरियाई मैं नहीं दे रहा गुरु अर्जुन देव जी नूं, ये थापड़ा तो ओदे नाना जी पहले ही देखदे ने, ये तू एवें नाराज ना हो, ठीक है तू सियाणा मैं जालना वा। हुण यही गल प्यारिओ कह रही है, ये पृथ्वी चंद दी घर वाली उस औरत नूं बुला के कहंदी है कि साडे नाल धक्का ये होया है कि जिहड़ा निक्का सी ओह गुरियाई लै गया, ते जिहड़ा वड्डा बुढ़ा सियाणा सी, जिहड़ा सब कुछ देखदा सी संभालदा सी, सारी सेवा करदा सी, वो जिहड़ा खाली रह गया है जी। उपचारन ते निपजियो सुत तिन्हों कीन उत्सव हर खाए। कहन लगी चलो असीं सोचिया सी कोई गल नहीं, अज नहीं ते कल ये सानू प्राप्ति हो ही जानी है, लेकिन बहु उपचारन ते निपजियो सुत, बहुत उपचार करन तो बाद बड़े चिरां तो बाद इन्हां दे घरे ये हुण साहिबजादा जिहड़ा वो पैदा होया, उन्हां दे घरे ते बड़ियां खुशियां मनाईयां जा रहीआं ने, उन्हां दे घरे ते मंगल गाए जा रहे ने। पर साडे घरे जिहड़ा माहौल है वो ते इवें है कि जिवें साडीआं आसां दा दीवा बुझ गया हो। उन्हां दे घर खुशी है, जिवें जो खुशियां मना रहे ने असीं दुखी हो रहे हां जी। कह के गादी को ए मालक पाछे गुरता ले सब पाए। कहन लगे भी हुण कहंदे ने कि धन गुर अर्जुन देव महाराज जी तो बाद जिहड़ी गुरता गद्दी हुण गा उन्हां दे साहिबजादे नूं ही मिलेगी।
क्योंकि वो हुण वारस आ गया है, उस नूं ये प्राप्त होवेगी। ਉਹੀ ਇਹ ਜਿਹੜੀ ਦਾਤ ਸ਼ੁਭ ਹੈ ਇਹਨੂੰ ਪਾਵੇਗਾ ਜੀ। पूर्व आसूति हमरे मन श्री अर्जन जब तन सुनाए। ਪਹਿਲਾਂ ਤੇ ਸਾਡੇ ਮਨ ਵਿੱਚ ਨਾ ਇੱਕ ਆਸ ਸੀ, ਇੱਕ ਉਮੀਦ ਸੀ ਕਿ ਕੋਈ ਗੱਲ ਨਹੀਂ, ਜੇ ਗੁਰ ਅਰਜੁਨ ਦੇਵ ਮਹਾਰਾਜ ਗੁਰਤਾ ਗੱਦੀ ਉਹਨਾਂ ਨੂੰ ਮਿਲ ਹੀ ਗਈ ਹੈ ਤੇ ਤਾਂ ਕੀ ਹੋਇਆ, ਇਹਨਾਂ ਨੇ ਕਿਹੜਾ ਸਦੀਵ ਕਾਲ ਤਨ ਕਰਕੇ ਬੈਠੇ ਰਹਿਣਾ ਹੈ। ਇੱਕ ਦਿਨ ਇਹਨਾਂ ਨੇ ਆਪਣੇ ਸਰੀਰ ਦਾ ਚੋਲਾ ਸੰਕੋਚ ਹੀ ਰਹਿਣਾ ਹੈ ਤੇ ਅਗਾਂਹ ਇਹਨਾਂ ਦੇ ਘਰੇ ਕਿਹੜੀ ਕੋਈ ਸੰਤਾਨ ਹੈ, ਔਲਾਦ ਹੈ। ਇਸ ਕਰਕੇ ਇਹ ਗੁਰਿਆਈ ਫਿਰ ਸਾਡੇ ਘਰੇ ਆਏਗੀ ਨਾ, ਸਾਡੇ ਪੁੱਤਰ ਨੂੰ ਮਿਲੇਗੀ। ਅਸੀਂ ਤੇ ਇਹ ਉਮੀਦ ਲਗਾ ਕੇ ਬੈਠੇ ਹੋਏ ਸਾਂ ਜੀ। ਸੰਤਤ ਨਹੀਂ ਬਨੇ ਹਮ ਹੀ ਗੁਰ ਚਾਰੋਂ ਦਿਸ ਕੇ ਪੂਜ ਕਹਾਏ। ਅਸੀਂ ਤਾਂ ਇਹੀ ਸੋਚਿਆ ਸੀ, ਇਹੀ ਸੋਚ ਕੇ ਅਸੀਂ ਟੇਕ ਕੇ ਬੈਠੇ ਸਾਂ, ਹੌਸਲਾ ਰੱਖ ਕੇ, ਧੀਰਜ ਰੱਖ ਕੇ ਬੈਠੇ ਹੋਏ ਸਨ। ਕੋਈ ਨਹੀਂ, ਅੱਜ ਨਹੀਂ ਤੇ ਕੱਲ ਇਹ ਗੁਰਿਆਈ ਸਾਡੇ ਘਰ ਹੀ ਆਉਣੀ ਹੈ। ਅਸਾਂ ਨੇ ਗੁਰੂ ਬਣਨਾ ਹੀ ਬਣਨਾ ਹੈ, ਸੰਤਤ ਨਹੀਂ, ਕਿਉਂਕਿ ਇਹਦੇ ਘਰ ਤੇ ਸੰਤਾਨ ਕੋਈ ਨਹੀਂ ਹੈ। ਬਨੇ ਹਮ ਹੀ ਗੁਰ, ਅਸੀਂ ਹੀ ਗੁਰੂ ਬਣਾਂਗੇ ਤੇ ਚਾਰੇ ਪਾਸਿਆਂ ਤੋਂ ਸੰਗਤਾਂ ਦੇ ਕੋਲੋਂ ਅਸੀਂ ਆਪਣੀ ਪੂਜਾ ਕਰਵਾਵਾਂਗੇ। ਅਸੀਂ ਇਹ ਉਮੀਦਾਂ ਆਸਾਂ ਲਗਾ ਕੇ ਬੈਠੇ ਹੋਏ ਸੀ ਜੀ। ਜਬ ਕੋ ਨੰਦਨ ਤਿਨ ਕੇ ਜਨਮਿਓ ਤਬ ਤੇ ਹਮ ਹੋਏ ਗਏ ਨਿਰਾਸ। ਪਰ ਕਹਿੰਦੀ ਹੁਣ ਕੀ ਹੋਇਆ ਕਿ ਜਿਸ ਦਿਨ ਦਾ ਸਾਨੂੰ ਪਤਾ ਲੱਗਿਆ ਏ ਕਿ ਉਹਨਾਂ ਦੇ ਘਰੇ ਸਾਹਿਬਜ਼ਾਦਾ ਪਿਆਰੇ ਉਹਨਾਂ ਦਾ ਜਨਮ ਹੋਇਆ ਏ, ਸਾਹਿਬਜ਼ਾਦਾ ਅਵਤਰਨ ਹੋਇਆ ਹੈ, ਤਬ ਤੇ ਹਮ ਹੋਏ ਗਏ ਨਿਰਾਸ। ਉਸ ਦਿਨ ਤੋਂ ਅਸੀਂ ਬਹੁਤ ਨਿਰਾਸ ਹੋ ਗਏ। ਸਾਡੀਆਂ ਆਸਾਂ ਉਮੀਦਾਂ ਤੇ ਸਾਰਾ ਪਾਣੀ ਹੀ ਫੇਰ ਕੇ ਰੱਖ ਦਿੱਤਾ ਹੈ ਜੀ। ਆਬੂ ਪਾਏ ਅਸਕਰ ਚਿਤ ਚਿਤਵਨ ਜਿਸ ਤੇ ਮਾਲ ਬਾਲਕ ਹੋਏ ਵਿਨਾਸ਼। ਤੇ ਇਹ ਜਿਹੜੀਆਂ ਹੁਣ ਸਾਡੀਆਂ ਉਮੀਦਾਂ ਆਸਾਂ ਤੇ ਪਾਣੀ ਫੇਰਿਆ, ਇਹ ਹੁਣ ਪੂਰੀਆਂ ਤੂੰ ਕਰ ਸਕਦੀਆਂ, ਤਾਂ ਤੈਨੂੰ ਅਸਾਂ ਨੇ ਬੁਲਾਇਆ। ਇਸ ਕਰਕੇ ਤੈਨੂੰ ਇੱਥੇ ਸੱਦਿਆ ਏ। ਆਬੋ ਪਾਏ ਅਸਕਰ ਚਿਤ ਚਿਤਵਨ, ਕੋਈ ਐਸਾ ਉਪਾਅ ਕਰੋ, ਕੋਈ ਐਸਾ ਰਾਹ ਲੱਭੋ, ਕੋਈ ਐਸਾ ਢੰਗ ਤਰੀਕਾ ਅਪਣਾਓ, ਕੋਈ ਐਸੀ ਚਾਲ ਚੱਲੋ ਜਿਸ ਤੇ ਬਾਲਕ ਹੋਏ ਵਿਨਾਸ਼, ਜਿਸ ਦੇ ਨਾਲ ਇਹ ਜਿਹੜਾ ਬਾਲਕ ਇਹ ਨਾ ਰਹੇ, ਇਹ ਜਿਹੜਾ ਸਾਹਿਬਜ਼ਾਦਾ ਹੈ ਨਾ, ਇਹ ਕਿਸੇ ਨਾ ਕਿਸੇ ਤਰੀਕੇ ਮੁੱਕ ਜਾਏ। ਸਾਨੂੰ ਗੁਰਿਆਈ ਮਿਲ ਜਾਣੀ ਹੈ, ਸਾਡੇ ਰਾਹ ਦਾ ਰੋੜਾ ਹੁਣ ਇਹ ਸਾਹਿਬਜ਼ਾਦਾ ਬੱਚਾ ਹੈ, ਬਸ ਇਹਨੂੰ ਕਿਸੇ ਨਾ ਕਿਸੇ ਢੰਗ ਪਾਸੇ ਹਟਾਉਣਾ ਹੈ ਜੀ। ਹੁਣ ਤਿਨ ਕੇ ਜਨਮੇ ਨਾ ਆਤਮਜ ਹਮਰੇ ਕਾਜ ਹੋਏ ਸਭ ਰਾਸ। ਕਿਉਂਕਿ ਦੁਬਾਰਾ ਫਿਰ ਉਹਨਾਂ ਦੇ ਘਰੇ ਕੋਈ ਬਾਲਕ ਜਨਮ ਨਹੀਂ ਲਵੇਗਾ ਤੇ ਜਿਹੜੇ ਸਾਡੇ ਕੰਮ ਨੇ, ਸਾਡੇ ਕਾਰਜ, ਉਹ ਰਾਸ ਹੋ ਜਾਵਣਗੇ ਜੀ। ਦਰਬ ਆਦ ਸੁੰਦਰ ਸਭ ਵਸਤੂ ਚੌਂ ਦੇਸ਼ ਤੇ ਚਲ ਆਏ ਆਵਾਸ। ਦਰਬ ਆਦ ਸੁੰਦਰ ਸਭ ਵਸਤੂ, ਕਿਉਂਕਿ ਜਿਤਨਾ ਧਨ ਹੈ, ਜਿਤਨੇ ਕੀਮਤੀ ਪਦਾਰਥ ਨੇ, ਵਸਤੂਆਂ ਨੇ, ਚਾਰੇ ਪਾਸਿਆਂ ਤੋਂ ਚੱਲ ਕੇ ਜੋ ਉਹਦੇ ਘਰੇ ਜਾ ਰਹੀਆਂ ਨੇ, ਉਹ ਫਿਰ ਸਾਡੇ ਘਰੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਸਾਡੇ ਘਰੇ ਆਉਣਗੀਆਂ ਤੇ ਫਿਰ ਅਸੀਂ ਹੁਣ ਵੀ ਤੈਨੂੰ ਬਹੁਤ ਕੁਝ ਦੇਵਾਂਗੇ ਤੇ ਬਾਅਦ ਵਿੱਚ ਤੈਨੂੰ ਬਹੁਤ ਇਨਾਮ ਦੇਵਾਂਗੇ। ਇਸ ਤਰ੍ਹਾਂ ਪਿਆਰਿਓ ਬੁਲਾ ਕੇ ਇਹ ਪ੍ਰਿਥਵੀ ਚੰਦ ਦੀ ਘਰ ਵਾਲੀ ਕਰਮੋਂ ਉਹ ਜਿਹੜੀ ਔਰਤ ਹੈ ਉਹਨੂੰ ਸਾਰੀ ਗੱਲਬਾਤ ਦੱਸਦੀ ਏ। ਉਹ ਫਿਰ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨ ਦੇ ਲਈ ਕੀ ਉਪਰਾਲਾ ਕਰਦੀ ਹੈ। ਖੈਰ ਸਾਹਿਬਜ਼ਾਦੇ ਨੂੰ ਖਤਮ ਤਾਂ ਕੀ ਕਰਨਾ, ਪਾਪਣ ਨੇ ਆਪ ਹੀ ਮੁੱਕ ਜਾਣਾ। ਇਹ ਕਿਵੇਂ ਮੁੱਕਦੀ ਏ, ਇਹ ਵਿਚਾਰ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਅੰਦਰ ਸਰਵਣ ਕਰਨੀ, ਇਨੀ ਸੇਵਾ ਪ੍ਰਵਾਨ ਕਰਨੀ। ਆ ਹੁਣ ਨਾ ਅਭਿਆਸ ਸਿਮਰਨ ਦਾ ਸਮਾਂ ਹੋਇਆ। ਵੇਖੋ ਜਿੰਨਾ ਜਪਿਆ ਜਾਂਦਾ ਹੈ ਨਾ ਜੀ, ਵੱਧ ਤੋਂ ਵੱਧ ਜਪਿਆ ਕਰੋ। ਕਿਉਂ? ਜਦੋਂ ਅਸੀਂ ਅਰਦਾਸ ਕਰਦੇ ਹਾਂ ਜੀ, ਤੇ ਅਰਦਾਸ ਵਿੱਚ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਕਿਹੜੀ ਅਰਦਾਸ ਹੈ? ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਇਕੱਲਾ ਚੇਤੀ ਨਾ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਇਹਦੇ ਸਿਮਰਨ ਦੀ ਬਰਕਤ ਨਾਲ ਫਿਰ ਸਾਰੇ ਸੁੱਖ ਵੀ ਜਿਹੜੇ ਨੇ ਖਾਲਸੇ ਨੂੰ ਪ੍ਰਾਪਤ ਹੋਣ। ਜੋ ਅਰਦਾਸ ਕਰਨੇ ਆ ਪਿਆਰਿਓ, ਉਹ ਅਰਦਾਸ ਜਿਹੜੀ ਨਿਭਾਈਏ, ਜੁੜ ਮਿਲ ਕੇ ਬੈਠ ਕੇ ਗੁਰ ਮੰਤਰ ਦਾ ਜਾਪ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਕਰਿਆ ਕਰੀਏ ਜੀ। ਇਸ ਕਰਕੇ ਲਾਹ ਪ੍ਰਾਪਤ ਕਰੋ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।